सरकार ने बदलाव नूं हुण बदले च बदल दिता भी हुण असीं बदलाव नहीं बदले लवांगे गिण गिण के। कुत्ते वर्गा सुभाਅ जदों राज ते बहिंदा ते वो बदलाव नहीं लिआउंदा, वो लत्तां वड्ड के प्रजा दीआं बदला लैंदा। ये लोग राजनीति दे लिफाफिਆਂ चों निकले होए ने। जदों कुर्सी तो थल्ले हुंदे ने ये गधे नूं बाप आखदे ने ते जदों कुर्सी दे हुंदे ने उदों बाप नूं गधा आखदे। ते हुण छल्लियां वांगू अध्यापक भी कुੱਟੇ जा रहे, धरनिਆਂ ते भी बैठे ने, सुनवाई किसी दी नहीं हो रही कि जिहड़ी सरकार श्री गुरु ग्रंथ साहिब जी लई इंसाफ नहीं कर सकती, ਉਹਦੇ ਤੋਂ ਪੰਜਾਬ ਵਾਸੀਆਂ ਨੂੰ ਆਪਣੀ ਇੱਜ਼ਤ ਦੀ ਰਾਖੀ ਦਾ ਭਰੋਸਾ ਜਿਹੜਾ ਇਹਨਾਂ ਤੇ ਕਰਨਾ ਉਹ ਬੜੀ ਵੱਡੀ ਇੱਕ ਬੇਵਕੂਫੀ ਹੋਊ। ਇਹਨਾਂ ਦੀ ਤੇ 5 ਮਹੀਨਿਆਂ 'ਚ ਹੀ ਸਮਝ ਆ ਗਈ ਕਿ ਇਹਨਾਂ ਦੀ ਔਕਾਤ ਕਿੰਨੀ ਕੁ ਹੈ। ਜਦੋਂ ਕੁਰਸੀ ਤੋਂ ਥੱਲੇ ਹੋਣ ਤੇ ਰਿਕਸ਼ਿਆਂ ਵਾਲਿਆਂ ਦੇ ਘਰਾਂ 'ਚ ਵੀ ਇਹਨਾਂ ਨੂੰ ਰੋਟੀਆਂ ਚੰਗੀਆਂ ਲੱਗਦੀਆਂ ਨੇ। सिख नीति चुनोगे तो नेता नीति का भोग पवेगा, नहीं तो उन्ना चेरे कहणगे कि डांग फेरना साडा हक है, इंसाफ देना साडा फर्ज नहीं। जदों तस्करां दी रिहाई ते लड्डू वंडे जाण, सरोपे दिते जाण ते सरकार तस्करां दा रिमांड ही नहीं लै रही। 6 ਮਹੀਨਿਆਂ 'ਚ दसो किहड़े तस्कर दी गिरफ्तारी हुई। ਇਹਦਾ मतलब हुण नशा वेचण वाले है नहीं, हैन उवें ही पर आपां फड़ने ही नहीं। ਉਹ ਤਾਂ ਉਹ ਗੱਲ ਹੋ ਗਈ, ਕਹਿੰਦੇ ਵੀ ਸਾਡੀ ਸਰਕਾਰ ਆਊਗੀ ਅਸੀਂ ਗਰੀਬੀ ਖਤਮ ਕਰਾਂਗੇ। ਕਹਿੰਦੇ ਉਹ ਕਿਵੇਂ? ਕਹਿੰਦੇ ਅਸੀਂ ਮਹਿੰਗਾਈ ਇੰਨੀ ਕੁ ਕਰ ਦੇਣੀ ਕਿ ਗਰੀਬਾਂ ਨੇ ਆਪੇ ਆਤਮ ਹੱਤਿਆ ਕਰ ਲੈਣੀ। ਤੇ ਕਦੇ ਮੁੰਡਿਆਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਸੀ, ਹੁਣ ਗੈਂਗਸਟਰ ਕਹਿ ਕੇ ਮਾਰਨਗੇ। ਅਸੀਂ ਤਾਂ 6 ਦਿਨ ਭਗਵੰਤ ਮਾਨ ਦੇ ਘਰ ਬਹਿ ਕੇ ਆ ਗਏ, ਸਾਨੂੰ ਡਾਂਗਾਂ ਦੀਆਂ ਧਮਕੀਆਂ ਤੇ ਖਿੱਚ ਧੂ ਤੋਂ ਸਿਵਾਏ ਧੱਕਿਆਂ ਤੋਂ ਮਿਲਿਆ ਕੀ। ਜਿੱਥੇ ਜਿੱਥੇ ਵੀ ਆਮ ਪਾਰਟੀ ਵਾਲੇ ਜਾ ਕੇ ਤੁਹਾਨੂੰ ਕਹਿੰਦੇ ਨੇ ਅਸੀਂ ਬਦਲਾ ਲਿਆਵਾਂਗੇ, ਆ ਸਾਡਾ ਬਦਲਾ ਵੇਖ ਲਿਓ, ਇਹੋ ਜਿਹਾ ਤੁਹਾਡਾ ਹੋਊ। ਸਰਕਾਰ ਆਮ ਆਦਮੀ ਦੀ ਹੈ ਪਰ ਚਲਦੀ ਬਾਦਲਾਂ ਦੀ ਹੈ। ਅੱਗੇ ਉਹਨਾਂ ਦੋਵਾਂ ਦਾ ਬਾਟਾ ਮਾਂਜਿਆ ਸੀ, ਹੁਣ 24 ਤੇ 27 ਦੇ ਵਿੱਚ ਇਹਨਾਂ ਤਿੰਨਾਂ ਦਾ ਮਾਂਜਦੇ ਹੋ। ਜਿਹੜਾ ਤੁਸੀਂ ਉਹ ਕੋਠੀਆਂ ਕਿਰਾਏ ਤੇ ਲੈ ਕੇ ਖਾਲੀ ਪਈਆਂ ਨੇ ਤੇ ਉਹਨਾਂ ਦੀ ਰਾਖੀ 200 ਮੁਲਾਜ਼ਮ ਬਿਠਾਇਆ ਆ, ਉਹ ਸਾਰੇ ਦਾ ਸਾਰਾ ਖਰਚਾ ਜਿਹੜਾ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੈ। ਇੱਥੋਂ ਸਪਸ਼ਟ ਹੈ ਕਿ ਪੰਜਾਬ ਦੇ ਜੰਮਦੇ ਵੀ ਕਰਜ਼ਾਈ, ਮਰਦੇ ਵੀ ਕਰਜ਼ਾਈ, ਆਉਣ ਵਾਲੇ ਵੀ ਕਰਜ਼ਾਈ ਤੇ ਜਾਣ ਵਾਲੇ ਵੀ ਕਰਜ਼ਾਈ। ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵੱਲੋਂ ਲੰਮੇ ਸਮੇਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜਿਹੜੇ ਹੈ ਕਿ ਚੋਰੀ ਹੋਏ ਆ, ਜਿਹੜੇ ਮਿਲ ਨਹੀਂ ਰਹੇ, ਉਹਨਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ। ਇਹ ਮੋਰਚਾ ਬੀਤੇ ਦਿਨੀ ਇਸ ਮੋਰਚੇ ਦੇ ਵਿੱਚੋਂ ਇੱਕ ਮੋਰਚਾ ਸੀਐਮ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਉਹਨਾਂ ਦੀ ਕੋਠੀ ਅੱਗੇ ਲਗਾਇਆ ਗਿਆ। ਤਾਂ ਉੱਥੇ ਰਾਤ ਦੇ ਸਮੇਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੇ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ। ਕੀ ਘਟਨਾ ਵਾਪਰਦੀ ਹੈ, ਕਿਉਂ ਇਹ ਵਰਤੀਰਾ ਕੀਤਾ ਗਿਆ, ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਜੀ। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਿਵੇਂ ਕੀ ਮਸਲਾ ਸਾਰਾ ਹੋਇਆ ਜੀ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਵੀ ਤੁਸੀਂ ਉੱਥੇ ਗਏ, ਉਸ ਤੋਂ ਬਾਅਦ ਕੀ ਘਟਨਾਵਾਂ ਵਾਪਰਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 328 ਸਵਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਚੋਰੀ ਦਿੱਤੇ ਜਾਂਦੇ ਨੇ, ਜਿਨ੍ਹਾਂ ਦੇ ਇਨਸਾਫ ਲਈ ਸਿੱਖ ਸੰਗਤਾਂ ਨੇ ਪਹਿਲੇ 40 ਦਿਨ ਮੋਰਚਾ ਲਾਇਆ, ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਗੁੰਡਾ ਬ੍ਰਿਗੇਡ ਨੇ ਕੁੱਟਮਾਰ ਕਰਕੇ ਤਾਰ ਭੀਡੋ ਕੀਤਾ। ਉਦੋਂ ਬਾਅਦ ਉਸੇ ਦੀ ਤਰਜਮਾਨੀ ਕਰਦਿਆਂ 22 ਮਹੀਨਿਆਂ ਤੋਂ ਅਸੀਂ ਇੱਥੇ ਬੈਠੇ ਹੋਏ ਹਾਂ ਔਰ ਨਵੀਂ ਸਰਕਾਰ ਬਣੀ, ਪੰਜਾਬ ਦੇ ਲੋਕਾਂ ਨੇ ਨਵਾਂ ਸਿਸਟਮ ਲਿਆਂਦਾ, ਸੋਚਿਆ ਸਿਸਟਮ ਨੂੰ ਪਤਾ ਨਹੀਂ ਹੋਣਾ, ਅਸੀਂ ਉਹਨਾਂ ਤੱਕ ਚਲੇ ਜਾਣੇ। ਭਾਵੇਂ ਕਿ ਭਗਵੰਤ ਮਾਨ 4-5 ਵਾਰ 5 ਮਹੀਨਿਆਂ 'ਚ ਮੱਥਾ ਟੇਕ ਗਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ, ਇੱਥੋਂ ਲੰਘ ਕੇ ਗਿਆ। ਉਹਦੇ ਬਾਵਜੂਦ ਪਤਾ ਤਾਂ ਸਾਰਾ ਹੀ ਸੀ, ਪਰ ਫਿਰ ਵੀ ਅਸੀਂ ਉਹਨਾਂ ਨੂੰ ਯਾਦ ਕਰਾਉਣ ਲਈ ਸਪੀਕਰ ਸੰਧਵਾ ਸਾਹਿਬ ਨੂੰ ਮਿਲੇ, ਕਾਨੂੰਨ ਮੰਤਰੀ ਸਾਹਿਬ ਨੂੰ ਇਹਨਾਂ ਦੀ ਫਾਈਲ ਭੇਜੀ ਗਈ,
ਕੁੰਵਰ ਸਾਹਿਬ ਨੂੰ ਵੀ ਮਿਲ ਕੇ ਆਏ ਆ ਔਰ ਹੁਣ ਅਸੀਂ ਯਾਦ ਪੱਤਰ ਦੇਣ ਲਈ 20 ਅਗਸਤ ਨੂੰ ਸਵੇਰੇ 6 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਕਾਫਲੇ ਦੇ ਰੂਪ ਵਿੱਚ ਕਰੀਬਨ 200 ਗੱਡੀਆਂ ਦਾ ਕਾਫਲਾ ਭਗਵੰਤ ਸਿੰਘ ਮਾਨ ਦੇ ਘਰ ਸੰਗਰੂਰ ਜਾਂਦਾ ਹੈ ਔਰ ਉਹਨਾਂ ਨੇ ਲੋੜ ਨਹੀਂ ਸਮਝੀ ਸਾਨੂੰ ਮਿਲਣ ਦੀ, ਸਾਨੂੰ ਪੁੱਛਣ ਦੀ। 4 ਘੰਟੇ ਕਰੀਬਨ ਉੱਥੇ ਲਗਾਤਾਰ ਨਿਰੰਤਰ ਦੀਵਾਨ ਚੱਲੇ। 4 ਘੰਟੇ ਦੀਵਾਨ ਚੱਲਣ ਤੋਂ ਬਾਅਦ ਸਿੱਖ ਸੰਗਤ ਦਾ ਫੈਸਲਾ ਸੀ ਕਿ ਜੇ ਭਗਵੰਤ ਮਾਨ ਦੀ ਸਰਕਾਰ ਇਨਸਾਫ ਦੇਣ ਤੋਂ ਮੁਨਕਰ ਹੈ ਤੇ ਕਿਉਂ ਨਾ ਇੱਥੇ ਹੀ ਇੱਕ ਮੋਰਚਾ ਹੋਰ ਲਾ ਦਿੱਤਾ ਜਾਏ। ਉਹਨਾਂ ਦੇ ਅੱਗੇ ਸਿਰ ਝੁਕਾਉਂਦਿਆਂ ਅਸੀਂ ਸਿੱਖ ਨੀਤੀ ਪੰਥਕ ਮੋਰਚੇ ਦੇ ਰੂਪ ਵਿੱਚ ਉਹਨਾਂ ਦੇ ਘਰ ਦੇ ਅੱਗੇ ਬੈਠੇ ਔਰ ਦੂਸਰੇ ਦਿਨ ਸਾਡੇ ਕੋ ਬਿਕਰਮਜੀਤ ਸਿੰਘ ਜਿਹੜੇ ਸੀਗੇ ਬੀਜੇਪੀ ਦੇ ਪੰਜਾਬ ਸਟੇਟ ਲੈਵਲ ਦੇ ਲੀਡਰ, ਉਹ ਸਾਡੇ ਕੋ ਜ਼ਰੂਰ ਆਏ। ਪੁਲਿਸ ਪ੍ਰਸ਼ਾਸਨ ਹੇਠਲੇ ਪੱਧਰ ਤੇ ਆਉਂਦਾ ਰਿਹਾ ਜੀ। ਚੌਥੇ ਦਿਨ ਤੀਸਰੇ ਦਿਨ ਜਾ ਕੇ ਸਾਡੇ ਤੋਂ ਆਈਜੀ ਉੱਥੇ ਦੇ ਆਉਂਦੇ ਨੇ, ਐਸਐਸਪੀ ਆਉਂਦੇ ਨੇ, ਦੱਸੋ ਤੁਹਾਡੀ ਕੀ ਮੰਗ। ਅਸੀਂ ਕਿਹਾ ਵੀ ਜੋ ਪੜਤਾਲੀਆ ਰਿਪੋਰਟ ਕਹਿ ਰਹੀ ਹੈ, ਕਾਨੂੰਨ ਕਹਿ ਰਿਹਾ ਹੈ, ਅਦਾਲਤਾਂ ਕਹਿ ਰਹੀਆਂ ਨੇ, ਉਹਦੇ ਮੁਤਾਬਕ ਪ੍ਰਸ਼ਾਸਨ ਕਾਰਵਾਈ ਕਰਕੇ ਸਾਡੇ ਨਾਲ ਇਨਸਾਫ ਕਰੇ। ਔਰ ਜਵਾਬ ਇਹ ਮਿਲਦਾ ਰਿਹਾ ਕਿ ਗੱਲ ਤੁਹਾਡੀ ਠੀਕ ਹੈ, ਕਾਨੂੰਨ ਮੁਤਾਬਕ ਕਾਰਵਾਈ ਬਣਦੀ ਹੈ, ਪਰ ਜਿਹੜੇ ਚੋਰ ਨੇ ਚੋਰੀ ਕੀਤੀ ਉਹ ਚੋਰ ਅਜੇ ਸਹਿਮਤ ਨਹੀਂ ਪਰਚਾ ਕਰਵਾਉਣ ਵਿੱਚ। ਤੁਸੀਂ ਚੋਰ ਤੋਂ ਸਾਨੂੰ ਲਿਖਵਾ ਦਿਓ ਵੀ ਇਹ ਪਰਚਾ ਜਿਹੜਾ ਹੋਣਾ ਚਾਹੀਦਾ ਹੈ, ਅਸੀਂ 1 ਮਿੰਟ 'ਚ ਪਰਚਾ ਕਰ ਦਿਆਂਗੇ। ਆਹ ਜਵਾਬ ਸੀ ਇਹਨਾਂ ਦੇ ਮੰਤਰੀਆਂ ਦਾ। ਇੱਥੋਂ ਤੱਕ ਕਿ ਨਿੱਜਰ ਜਿਹੜੇ ਕੈਬਨਿਟ ਮੰਤਰੀ ਨੇ ਉਹ ਵੀ ਇੱਥੋਂ ਚੱਲ ਕੇ ਸੰਗਰੂਰ ਜਾਂਦੇ ਆ, ਉੱਥੇ ਜਾ ਕੇ ਸਾਨੂੰ ਫੋਨ ਵੀ ਕਰਦੇ ਨੇ, ਨਿੱਜਰ ਸਾਹਿਬ, ਭਾਈ ਸਾਹਿਬ ਅਸੀਂ ਆਏ ਹੋਏ ਹਾਂ। ਮੈਂ ਕਿਹਾ ਜੀਓ ਆਇਆਂ ਨੂੰ, ਪਰ ਜੋ ਕਾਨੂੰਨ ਮੁਤਾਬਕ ਕਾਰਵਾਈ ਬਣਦੀ ਉਹ ਕਰਕੇ ਆਇਓ, ਨਹੀਂ ਤੇ ਨਾ ਆਇਓ। ਔਰ ਉਹਨਾਂ ਦਾ ਵੀ ਇਹੀ ਜਵਾਬ ਸੀ ਪੱਤਰਕਾਰ ਭਰਾਵਾਂ ਨੂੰ ਕਿ ਸ਼੍ਰੋਮਣੀ ਕਮੇਟੀ ਕਹਿ ਦੇਵੇ ਅਸੀਂ ਅੱਜ ਪਰਚਾ ਕਰ ਦਿੰਦੇ ਹਾਂ, ਪਰ ਜੇ ਨਹੀਂ ਕਹਿੰਦੇ, ਕਾਨੂੰਨ ਭਾਵੇਂ ਕਹਿ ਰਿਹਾ ਹੈ ਪਰ ਅਸੀਂ ਪਰਚਾ ਨਹੀਂ ਕਰ ਸਕਦੇ। ਇੱਥੋਂ ਸਾਫ਼ ਹੈ ਕਿ ਰਾਜ ਭਗਵੰਤ ਮਾਨ ਦਾ ਹੈ, ਸਰਕਾਰ ਆਮ ਆਦਮੀ ਦੀ ਹੈ, ਪਰ ਚਲਦੀ ਬਾਦਲਾਂ ਦੀ ਹੈ। ਇੱਥੋਂ ਇਹ ਸਪਸ਼ਟ ਹੋਇਆ। ਔਰ 25 ਅਗਸਤ ਦੀ ਰਾਤ ਨੂੰ 11 ਵਜੇ 700 ਦੇ ਕਰੀਬ ਪੁਲਿਸ ਕਰਮੀਆਂ ਦੀ ਭਾਰੀ ਫੋਰਸ ਲੈ ਕੇ ਸਾਡੇ ਤੇ ਹੱਲਾ ਕੀਤਾ ਜਾਂਦਾ ਹੈ। ਕਰੀਬਨ 25 ਜਾਂ 27 ਬੰਦੇ ਸੀ ਅਸੀਂ ਟੋਟਲ ਉੱਥੇ, ਵਿੱਚੇ ਸਾਡੀਆਂ ਮਾਈਆਂ, ਬੀਬੀਆਂ, ਬਜ਼ੁਰਗ। ਉਹਨਾਂ ਨੂੰ ਰਾਤ 11 ਵਜੇ ਕਿਧਰੇ ਪਾਣੀ ਦੀਆਂ ਗੱਡੀਆਂ, ਡਾਂਗਾਂ, ਜੁੱਤੀਆਂ ਸਮੇਤ ਚੜ੍ਹੇ। ਕੁਝ ਨੇ ਦਸਤਾਰਾਂ ਖੋਲ੍ਹ ਕੇ, ਬਜ਼ੁਰਗ ਨੇ ਭਾਈ ਗੁਰਵਤਨ ਸਿੰਘ ਜੀ ਸਾਡੇ ਜਥੇਦਾਰ ਹੁਸ਼ਿਆਰਪੁਰ ਤੋਂ, ਆਰਮੀ ਦੇ ਉਹ ਹੈ ਨ, ਪਿੱਛੇ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ, ਬੈਂਕ ਵਿੱਚ ਵੀ ਨੌਕਰੀਆਂ ਕੀਤੀਆਂ ਨੇ, ਗੁਰਸਿੱਖ ਨੇ। ਦਸਤਾਰ ਖੋਲ੍ਹ ਕੇ ਸਿਰਹਾਣੇ ਰੱਖੀ ਹੈ, ਸੌਣ ਵਾਲੇ ਨੇ। ਰੱਖੀਆਂ ਹੋਈਆਂ ਦਸਤਾਰਾਂ ਸ੍ਰੀ ਸਾਹਿਬਾਂ ਦੇ ਉੱਤੇ ਜੁੱਤੀਆਂ ਲੈ ਕੇ ਚੜ੍ਹੇ ਨੇ ਤੇ ਸਾਡੇ ਜਿਹੜੇ ਬੈਗ ਪਏ ਸੀ ਉਹਨਾਂ 'ਚ ਕੁਝ ਨਿਤਨੇਮ ਦੀਆਂ ਪੋਥੀਆਂ ਵੀ ਸਨ ਔਰ ਬੈਗ ਤੱਕ ਫੋਲੇ ਗਏ, ਫੋਲਾ ਫਾਲੀ, ਮੋਬਾਈਲ ਖੋਏ ਗਏ। ਇਹ ਕਹਿ ਲਈਏ ਕਿ ਜਮਹੂਰੀਅਤ ਦਾ ਕਤਲ ਹੋਇਆ, ਲੋਕਤੰਤਰ ਦਾ ਘਾਣ ਹੋਇਆ, ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ, ਭਾਵਨਾਵਾਂ ਨੂੰ ਠੇਸ ਮਾਰੀ ਗਈ ਔਰ ਸਰਕਾਰ ਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਸੀ। ਸਾਨੂੰ ਰਾਤ ਉੱਥੋਂ ਗ੍ਰਿਫਤਾਰ ਕਰਕੇ ਸਾਰਿਆਂ ਨੂੰ ਤੇ 2-3 ਜ਼ਿਲ੍ਹੇ ਟਪਾ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਕੇ ਰਾਤ 2 ਵਜੇ ਛੱਡ ਦਿੱਤਾ ਗਿਆ। ਪੁਲਿਸ ਵਾਲਿਆਂ ਦੇ ਕੋਲੋਂ ਸ਼ਰਾਬ ਦੀ ਬੋ ਵੀ ਆਉਂਦੀ ਸੀਗੀ ਔਰ ਉਹਨਾਂ ਦੇ ਜਿਹੜੇ ਸ਼ਬਦ ਸੀ ਉਹ ਬੜੇ ਭੱਦੇ ਸੀਗੇ। ਇਹ ਕਹਿ ਲਈਏ ਕਿ ਅਜਿਹੇ ਲੋਕ ਜੇ ਪੁਲਿਸ ਵਿੱਚ ਰਹਿਣ ਤਾਂ ਬਹੁਤ ਮਾੜੀ ਗੱਲ ਹੈ। ਪੁਲਿਸ ਅਫਸਰਾਂ ਨੂੰ ਇਸ ਤਰ੍ਹਾਂ ਦੀ ਬੋਲ ਬਾਣੀ ਨਹੀਂ ਚਾਹੀਦੀ ਤੇ ਜੇ ਇਸ ਤਰ੍ਹਾਂ ਦੀ ਹੈ ਤੇ ਫਿਰ ਉਹ ਪੁਲਿਸ ਅਫਸਰ ਨਹੀਂ ਹੋਣੇ ਚਾਹੀਦੇ, ਕਿਉਂਕਿ ਇਹਨਾਂ ਤੇ ਲੋਕਾਂ ਨੂੰ ਇਨਸਾਫ ਦੇਣ ਲਈ ਪ੍ਰਸ਼ਾਸਨ ਪੈਦਾ ਕੀਤਾ ਗਿਆ ਤੇ ਜੇ ਇਹਨਾਂ ਨੇ ਘਾਣ ਕਰਨਾ ਹੈ ਤੇ ਫਿਰ ਬੰਦਾ ਜਾਊਗਾ ਕਿੱਥੇ। ਇਹ ਘਟਨਾਕ੍ਰਮ ਜਿਹੜਾ ਸੀ ਵਾਪਰਿਆ, ਹੁਣ ਅਸੀਂ ਉਹਦੇ ਬਾਬਤ ਇਕੱਤਰਤਾਵਾਂ ਕਰ ਰਹੇ ਹਾਂ ਤਾਂ ਕਿ ਆਉਣ ਵਾਲਾ ਠੋਸ ਪ੍ਰੋਗਰਾਮ ਜਿਹੜਾ ਹੈ ਉਹ ਪੰਥ ਨੂੰ ਦਿੱਤਾ ਜਾਏ ਔਰ ਗ੍ਰਹਿ ਵਿਭਾਗ ਤੱਕ ਪਹੁੰਚ ਕੀਤੀ ਜਾਏ, ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ।
ਭਾਈ ਸਾਹਿਬ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਤੁਸੀਂ ਉੱਥੇ ਕੋਈ ਹੱਲਾ ਗੁੱਲਾ ਕਰ ਰਹੇ ਸੀ, ਤੁਹਾਡੇ ਤੋਂ ਕੋਈ ਕਾਨੂੰਨ ਤੋੜ ਰਹੇ ਸੀ, ਜਿਹੜਾ ਕਿ ਇੰਨੀ ਰਾਤ ਨੂੰ, ਕਿਉਂਕਿ ਪ੍ਰਦਰਸ਼ਨ ਹੁੰਦੇ ਆ ਸਰਕਾਰਾਂ ਦੇ ਖਿਲਾਫ, ਅਕਸਰ ਹੀ ਪ੍ਰਦਰਸ਼ਨ ਹੁੰਦੇ ਆ, ਜੋ ਵੀ ਮੁੱਖ ਮੰਤਰੀ ਬਣਦਾ ਉਹਦੇ ਸ਼ਹਿਰ 'ਚ ਵੀ ਧਰਨੇ ਲੱਗਦੇ ਆ, ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਤੁਸੀਂ ਉੱਥੇ ਜਿਹਾ ਕੀ ਕਰਨ ਵਾਲੇ ਜਿਹੜਾ ਰਾਤੋਂ ਰਾਤ ਤੁਹਾਨੂੰ ਚੱਕਣਾ ਪਿਆ? ਹੁਣ ਉੱਥੇ ਸਾਡੇ ਤੋਂ ਪਹਿਲਾਂ 3-4 ਧਰਨੇ ਪਹਿਲਾਂ ਲੱਗੇ ਨੇ, 3 ਮਹੀਨਿਆਂ ਤੋਂ, ਕੋਈ 4 ਮਹੀਨਿਆਂ ਤੋਂ, ਕੋਈ ਮਹੀਨੇ ਤੋਂ, ਕੋਈ ਉਸ ਦਿਨ ਵੀ ਆਏ, ਕੋਈ ਰੇਤਾ ਨੂੰ ਲੈ ਕੇ ਆਏ, ਕੋਈ ਪੁਲਿਸ ਦੀ ਭਰਤੀ ਨੂੰ, ਕੋਈ ਡਾਕਟਰਾਂ ਦੀ ਭਰਤੀ ਨੂੰ, ਕੋਈ ਟੀਚਰਾਂ ਦੀ ਭਰਤੀ ਨੂੰ ਲੈ ਕੇ ਬੈਠਾ ਹੈ। ਜੇ ਧਾਰਾ 144 ਲੱਗੀ ਤੇ ਫਿਰ ਉਹਨਾਂ ਤੇ ਕਿਉਂ ਨਹੀਂ ਲੱਗੀ? ਜੇ ਅੱਜ ਹੀ ਲੱਗੀ ਤੇ ਕੀ ਸਾਨੂੰ ਨੋਟਿਸ ਭੇਜਣਾ ਫਰਜ਼ ਨਹੀਂ ਸੀ ਬਣਦਾ? ਜੇ ਤੁਸੀਂ ਧਾਰਾ 144 ਲਾ ਕੇ ਆਏ ਹੋ ਤੇ ਤੁਹਾਡਾ ਪੁਲਿਸ ਦਾ ਇਹ ਕੋਈ ਡਿਊਟੀ ਨਹੀਂ ਸੀ ਬਣਦੀ ਵੀ ਸਾਨੂੰ 1 ਘੰਟਾ 2 ਘੰਟੇ 4 ਘੰਟੇ ਸਮਾਂ ਦਿੱਤਾ ਜਾਂਦਾ? ਅਸੀਂ ਰੋਜ਼ ਉੱਥੇ ਕੋਈ ਨਾ ਮੁਰਦਾਬਾਦ ਨਾ ਜਿੰਦਾਬਾਦ ਕਰ ਰਹੇ। ਸਵੇਰੇ ਉੱਠ ਕੇ ਸੰਗਤ ਨਿਤਨੇਮ 5 ਬਾਣੀਆਂ ਦਾ ਕਰਦੀ ਹੈ, ਦੁਪਹਿਰ ਨੂੰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਸ਼ਾਮ ਨੂੰ ਸੋਧਰ ਦਾ ਪਾਠ ਤੇ ਰਾਤ ਨੂੰ ਕੀਰਤਨ ਹੁੰਦਾ ਹੈ। ਆਹ ਸਾਰਾ ਦਿਨ ਦੀ ਉੱਥੇ ਪ੍ਰਕਿਰਿਆ ਹੈ ਜੀ, ਜਿਹੜੀ ਸਿੱਖੀ ਸਿਧਾਂਤਾਂ ਅਨੁਸਾਰ ਅਸੀਂ ਸਤਿਗੁਰਾਂ ਦੀ ਬਾਣੀ ਤੋਂ ਬਾਹਰ ਗਏ ਨਹੀਂ, ਔਰ ਗੁਰਮਤਿ ਅਨੁਸਾਰ ਬਹਿ ਕੇ, ਉਹ ਤਾਂ ਗੁਰਦੁਆਰਾ ਬਣਾਇਆ ਹੋਇਆ ਸੀ ਅਸੀਂ ਉਸ ਨੂੰ। ਤੇ ਹੁਣ ਇਹ ਪੁਲਿਸ ਪ੍ਰਸ਼ਾਸਨ ਦੱਸੇ ਵੀ ਧਾਰਾ 144 ਕਦੋਂ ਲੱਗੀ? ਜੇ ਲੱਗੀ ਤੇ ਨੋਟਿਸ ਕਿੱਥੇ ਆ ਸਾਡਾ? ਉਦੋਂ ਬਾਅਦ IG SSP ਮੰਤਰੀ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਕਹਿਣਾ ਸੀ ਵੀ ਜਿਸ ਕੋਠੀ ਦੇ ਅੱਗੇ ਤੁਸੀਂ ਬੈਠੇ ਹੋ ਇਹ ਭਗਵੰਤ ਮਾਨ ਦੀ ਕੋਠੀ ਹੀ ਨਹੀਂ। ਜੇ ਕੋਠੀ ਹੀ ਨਹੀਂ ਤੇ ਧਾਰਾ 144 ਕਿਉਂ? ਜੇ ਭਗਵੰਤ ਮਾਨ ਉੱਥੇ ਜਾਂਦਾ ਹੀ ਨਹੀਂ ਤੇ ਫਿਰ ਉਸ ਕੋਠੀ ਦੇ ਆਲੇ ਦੁਆਲੇ 200 ਮੁਲਾਜ਼ਮ ਕਿਉਂ ਲਾਇਆ ਗਿਆ? ਇਹ ਹਰਾਮ ਦਾ ਪੈਸਾ ਹੈ ਪੰਜਾਬ ਦਾ, ਜਿਹੜਾ ਤੁਸੀਂ ਉਹ ਕੋਠੀਆਂ ਕਿਰਾਏ ਤੇ ਲੈ ਕੇ ਖਾਲੀ ਪਈਆਂ ਨੇ ਤੇ ਉਹਨਾਂ ਦੀ ਰਾਖੀ 200 ਮੁਲਾਜ਼ਮ ਬਿਠਾਇਆ ਆ। ਉਹ ਸਾਰੇ ਦਾ ਸਾਰਾ ਖਰਚਾ ਜਿਹੜਾ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਹੈ। ਇੱਥੋਂ ਸਪਸ਼ਟ ਹੈ ਕਿ ਪੰਜਾਬ ਦੇ ਜੰਮਦੇ ਵੀ ਕਰਜ਼ਾਈ, ਮਰਦੇ ਵੀ ਕਰਜ਼ਾਈ, ਆਉਣ ਵਾਲੇ ਵੀ ਕਰਜ਼ਾਈ ਤੇ ਜਾਣ ਵਾਲੇ ਵੀ ਕਰਜ਼ਾਈ, ਔਰ ਇਹ ਐਸ਼ਾ ਕਰਨ ਗੁਮਾਸ਼ਤੇ ਢਾਈ ਮਾਰਨ ਸ਼ਾਹ। ਇਹ ਜਿਹੜੇ ਗੁਮਾਸ਼ਤੇ ਸੀ ਉਹਨਾਂ ਨੂੰ ਮੌਜਾਂ ਲੱਗ ਗਈਆਂ। ਜਿਹੜੇ ਕੱਲ ਰਕਸ਼ਿਆਂ ਵਾਲਿਆਂ ਦੇ ਘਰਾਂ 'ਚ ਰੋਟੀਆਂ ਖਾਂਦੇ ਸੀ, ਅੱਜ ਉਹ 3 ਘੰਟੇ 4 ਸਟਾਰ 'ਚ ਰੁਕਦੇ ਨੇ ਤੇ 2.25 ਲੱਖ ਦਾ ਬਿੱਲ 2 ਘੰਟਿਆਂ ਦਾ ਦਿੰਦੇ ਨੇ ਜੀ। ਉਹ ਕਿੱਥੋਂ ਦਿੰਦੇ ਨੇ? ਇਹੀ ਪੰਜਾਬ ਦਾ ਪੈਸਾ ਹੈ। ਇਸ ਲਈ ਇਹਨਾਂ ਨੂੰ ਇਹ ਪੁੱਛਿਆ ਜਾਏ ਕਿ ਅਸੀਂ ਉੱਥੇ ਕੋ ਮੁਰਦਾਬਾਦ ਜਿੰਦਾਬਾਦ ਨਹੀਂ ਕੀਤੀ, ਕੋ ਅੱਤਵਾਦੀ ਵੱਖਵਾਦੀ, ਕੋਈ ਉਸੇ ਦੇਸ਼ ਧਰੋਹੀ ਵਾਲੀ ਗੱਲ ਨਹੀਂ। ਫਿਰ ਕਿਹੜੀ ਮਜਬੂਰੀ ਸੀ ਤੁਹਾਡੀ ਕਿ 27 ਕੁ ਬੰਦਿਆਂ ਦੇ ਉੱਤੇ 700 ਕਰੀਬਨ ਬੰਦੇ ਦੀ ਫੌਜ ਲੈ ਕੇ ਚੜ੍ਹਨਾ ਡਾਂਗਾਂ ਦੇ ਨਾਲ, ਤੇ ਉੱਥੇ ਐਦਾਂ ਮਾਹੌਲ ਬਣਾਉਣਾ ਵੀ ਜਿੱਦਾਂ ਵੀ ਅਸੀਂ ਤਾਂ ਤੁਹਾਨੂੰ ਦੇਖਿਓ ਤੁਹਾਡਾ ਬਣਾਉਣੇ ਕੀ ਆ। ਤੇ ਭਬਕੀਆਂ ਜਿਹੜੀਆਂ ਨੇ ਇਹ ਸਿੱਖੀ ਨੂੰ ਕਦੇ ਡਰਾ ਨਹੀਂ ਸਕਦੀਆਂ। ਸਿੱਖ ਜ਼ੁਲਮ ਲਈ ਵੰਗਾਰ ਹੈ, ਜ਼ਾਲਮ ਲਈ ਤਲਵਾਰ ਹੈ, ਮਜ਼ਲੂਮ ਲਈ ਪਹਿਰੇਦਾਰ ਹੈ। ਜੇ ਸਰਕਾਰ ਨੇ ਠਾਣ ਲਿਆ ਕਿ ਅਸੀਂ ਡਾਂਗ ਫੇਰ ਨਹੀਂ ਜਾਣਦੇ, ਇਨਸਾਫ ਦੇਣਾ ਨਹੀਂ ਜਾਣਦੇ, ਤੇ ਅਸੀਂ ਵੀ ਠਾਣਿਆ ਹੋਇਆ ਆ ਕਈ ਦਹਾਕਿਆਂ ਤੋਂ, ਕਈ ਪੁਸ਼ਤਾਂ ਤੋਂ, ਕਈ ਪੀੜ੍ਹੀਆਂ ਤੋਂ, ਕਈ ਸਦੀਆਂ ਤੋਂ ਇਨਸਾਫ ਲੈ ਬਗੈਰ ਸਿੱਖ ਵੀ ਕਦੇ ਪਿਛਾਂਹ ਨਹੀਂ ਮੁੜਿਆ। ਅੱਛਾ ਭਾਈ ਸਾਹਿਬ, ਇੱਕ ਇੱਥੇ ਗੱਲ ਹੈ, ਜਦੋਂ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਹੀ ਆਉਂਦੇ ਆ ਸਰਕਾਰ ਬਣਨ ਤੋਂ ਪਹਿਲਾਂ, ਇਹ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਬੇਅਦਬੀ ਦਾ ਇਨਸਾਫ ਮਿਲ ਜੂ। ਤੁਸੀਂ ਵੀ ਇੱਕ ਸਰੂਪਾਂ ਨੂੰ ਲੈ ਕੇ ਦੂਜੇ ਪਾਸੇ ਬੇਅਦਬੀ ਦਾ ਮਸਲਾ, ਉੱਥੇ ਵੀ ਤੁਸੀਂ ਲਗਾਤਾਰ ਟੱਚ ਹੋ। ਇਹ ਹੁਣ 24 ਘੰਟੇ, ਅੱਜ 5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਕੀ ਲੱਗਦਾ ਵੀ ਸਰਕਾਰ ਬਣਨ ਤੋਂ ਪਹਿਲਾਂ ਕੀ ਹੁੰਦਾ ਤੇ ਉਸ ਤੋਂ ਬਾਅਦ ਕਿਉਂ ਬਦਲ ਜਾਂਦਾ ਸਾਰਾ ਕੁਝ? ਇਹੀ ਰਾਜਨੀਤੀ ਤੇ ਸਿੱਖ ਨੀਤੀ ਦਾ ਅੰਤਰ ਹੈ। ਜਿਸ ਦਿਨ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਆ ਗਿਆ, ਉਸ ਦਿਨ ਇਹਨਾਂ ਲੋਕਾਂ ਦਾ ਮਾਂਜਾ ਵੱਜ ਜੂ ਤੇ ਸਿੱਖ ਨੀਤੀ ਦਾ ਆਗਾਜ਼ ਹੋ ਜੂ। ਇਹ ਲੋਕ ਰਾਜਨੀਤੀ ਦੇ ਲਿਫਾਫਿਆਂ ਚੋਂ ਨਿਕਲੇ ਹੋਏ ਨੇ। ਜਦੋਂ ਕੁਰਸੀ ਤੋਂ ਥੱਲੇ ਹੁੰਦੇ ਨੇ ਇਹ ਗਧੇ ਨੂੰ ਬਾਪ ਆਖਦੇ ਨੇ, ਤੇ ਜਦੋਂ ਕੁਰਸੀ ਦੇ ਹੁੰਦੇ ਨੇ ਉਦੋਂ ਬਾਪ ਨੂੰ ਗਧਾ ਆਖਦੇ। ਇਹ ਇਹਨਾਂ ਲੋਕਾਂ ਦੀ ਫਿਤਰਤ ਹੈ। ਜਦੋਂ ਕੁਰਸੀ ਤੋਂ ਥੱਲੇ ਹੋਣ ਤੇ ਰਿਕਸ਼ਿਆਂ ਵਾਲਿਆਂ ਦੇ ਘਰਾਂ 'ਚ ਵੀ ਇਹਨਾਂ ਨੂੰ ਰੋਟੀਆਂ ਚੰਗੀਆਂ ਲੱਗਦੀਆਂ ਨੇ, ਤੇ ਜਦੋਂ ਕੁਰਸੀਆਂ ਤੇ ਆ ਜਾਣ ਤੇ ਫਿਰ ਇਹ ਮੰਦਰ ਮਸਜਿਦ ਗੁਰਦੁਆਰਾ, ਫਿਰ ਇਹਨਾਂ ਦੇ ਅੱਗੇ ਭਾਵਨਾਵਾਂ, ਧਾਰਮਿਕਤਾ ਜਾਂ ਕੋਈ ਹੋਰ ਚੀਜ਼ ਕੋਈ ਮਾਇਨੇ ਨਹੀਂ ਰੱਖਦੀ ਸਿਵਾਏ ਕੁਰਸੀ ਤੋਂ। ਇਸ ਲਈ ਪੰਜਾਬ ਦੇ ਲੋਕੋ, ਅਜੇ ਤੁਸੀਂ ਰਾਜਨੀਤੀ ਹੀ ਚੁਣ ਰਹੇ ਹੋ। ਸਿੱਖ ਨੀਤੀ ਚੁਣੋਗੇ ਤੇ ਨੇਤਾ ਨੀਤੀ ਦਾ ਭੋਗ ਪਵੇਗਾ, ਲੋਕ ਨੀਤੀ ਦੀ ਗੱਲ ਤੁਰੇਗੀ, ਲੋਕਤੰਤਰ ਦੀ ਬਹਾਲੀ ਹੋਵੇਗੀ।
ਨਹੀਂ ਤਾਂ ਉਹਨਾਂ ਚਿਰ ਇਹ ਕਹਿਣਗੇ ਕਿ ਡਾਂਗ ਫੇਰਨਾ ਸਾਡਾ ਹੱਕ ਹੈ, ਇਨਸਾਫ ਦੇਣਾ ਸਾਡਾ ਫਰਜ਼ ਨਹੀਂ। ਆਓ ਰਲ ਮਿਲ ਕੇ ਪਿੱਛੇ 2 ਗਲੋਂ ਲਾ ਕੇ ਤੀਜਾ ਲਿਆਂਦਾ। ਰੱਬ ਦਾ ਵਾਸਤਾ ਜੀ ਹੁਣ ਜਿਹੜਾ ਚੌਥਾ ਲਿਆਉਣਾ ਨਾ, ਉਹ ਸਿੱਖ ਨੀਤੀ ਦਾ ਮੁਜੱਸ਼ਮਾ ਤੇ ਸਿੱਖ ਨੀਤੀ ਦਾ ਆਗੂ ਹੋਵੇ, ਨਾ ਕਿ ਉਹ ਰਾਜਨੀਤਿਕ ਪਰੰਪਰਾਵਾਦੀ ਪਿਤਾ ਪੁਰਖੀ ਉਹ ਕੋੜਮੇ ਚੋਂ ਨਿਕਲਿਆ ਹੋਵੇ। ਇੱਥੋਂ ਸਾਨੂੰ ਸਿੱਖ ਲੈਣਾ ਚਾਹੀਦਾ ਹੈ। ਇਹ ਵੀ ਗੱਲ ਚਲੋ ਚੰਗੀ ਹੋਈ ਕਿ ਜਿਹੜੇ ਪਹਿਲੇ 2 ਗਲੋਂ ਲਾਏ ਉਹਨਾਂ ਨੂੰ ਸਮਝਦਿਆਂ ਪੰਜਾਬ ਵਾਲਿਆਂ ਨੇ ਕਈ ਦਹਾਕੇ ਲਾ ਦਿੱਤੇ, ਪਰ ਇਹਨਾਂ ਦੀ ਤੇ 5 ਕੁ ਮਹੀਨਿਆਂ 'ਚ ਹੀ ਸਮਝ ਆ ਗਈ ਕਿ ਇਹਨਾਂ ਦੀ ਔਕਾਤ ਕਿੰਨੀ ਕੁ ਹੈ। ਇਹ ਭਾਂਡਾ ਜਿਹੜਾ ਸੀ ਛੋਟਾ ਸੀ, ਵਸਤੂ ਜ਼ਿਆਦੀ ਪੈ ਗਈ। ਪੰਜਾਬ ਦੇ ਲੋਕ ਅੱਕੇ ਤੇ ਥੱਕੇ ਹੋਏ ਸਨ, ਉਹਨਾਂ ਦੇ ਕੋਲੇ ਆਪਸ਼ਨ ਕੋਈ ਨਹੀਂ ਸੀ। ਔਰ ਇਹ ਮਤਾਂ ਸੋਚਣ ਕਿ ਕੋਈ ਕੇਜਰੀਵਾਲ ਦੀ ਪਾਲਿਸੀ ਹੋਊ ਜਾਂ ਕੋਈ ਦਿੱਲੀ ਮਾਡਲ ਦੀ ਗੱਲ ਕਰਕੇ ਕਿਸੇ ਨੇ ਵੋਟਾਂ ਪਾਈਆਂ, ਇਦਾਂ ਦਾ ਕੁਛ ਨਹੀਂ। ਇਹ ਸਿਰਫ ਤੇ ਸਿਰਫ ਕੈਪਟਨ ਬਾਦਲ ਕਿਆਂ ਦੇ ਸਤਾਏ ਹੋਏ ਲੋਕਾਂ ਨੇ ਇਹਨਾਂ ਨੂੰ ਵੋਟ ਪਾਏ ਨੇ। ਹੁਣ ਇਹ ਤੀਜੇ ਵੀ ਉੱਥੇ ਆਣ ਖੜੇ ਨੇ ਤੇ ਸਿੱਖ ਨੀਤੀ ਦੀ ਬਹਾਲੀ ਲਈ ਬੇਨਤੀ ਕਰਾਂਗਾ। ਅੱਗੇ ਉਹਨਾਂ ਦੋਵਾਂ ਦਾ ਬਾਟਾ ਮਾਂਜਿਆ ਸੀ, ਹੁਣ 24 ਤੇ 27 ਦੇ ਵਿੱਚ ਇਹਨਾਂ ਤਿੰਨਾਂ ਦਾ ਮਾਂਜ ਦਿਓ, ਤਾਂ ਕਿ ਚੌਥੀ ਧਿਰ ਪੰਜਾਬ ਦੇ ਵਿੱਚ ਅੱਗੇ ਖੜੀ ਕੀਤੀ ਜਾਏ, ਜੋ ਮਾਲਵੇ ਵਾਲੇ ਅਕਸਰ ਕਰਦੇ। ਕਿਉਂਕਿ ਮਾਲਵੇ ਵਾਲਿਆਂ 'ਚ ਇੱਕ ਕੁਆਲਿਟੀ ਹੈਗੀ ਆ ਵੀ ਜਦੋਂ ਬੰਦਾ ਧੋਖਾ ਦਿੰਦਾ ਤੇ ਮਗਰੇ ਹੀ ਉਹਦਾ ਕਾਂਟਾ ਬਦਲ ਦਿੰਦੇ ਆ। ਜਿਵੇਂ ਆ ਪਿਛਲੇ ਦਿਨੀ ਮਾਨ ਦੀ ਸਰਕਾਰ ਤੇ ਜਿਸ ਸਿਮਰਨਜੀਤ ਮਾਨ ਸਾਹਿਬ ਨੂੰ ਕਹਿੰਦੇ ਵੀ ਇਹ ਸਾਰੀ ਉਮਰ ਹਾਰਦਾ ਆਇਆ, ਉੱਥੇ ਹੀ ਉਹਨਾਂ ਨੇ ਜਿਤਾ ਕੇ ਵਿਖਾ ਦਿੱਤਾ ਵੀ ਸਾਨੂੰ ਲਾਉਣੇ ਵੀ ਆਉਂਦੇ ਨੇ ਤੇ ਸਾਨੂੰ ਬਿਠਾਉਣੇ ਵੀ ਆਉਂਦੇ ਨੇ। ਇਹ ਟ੍ਰੇਲਰ ਸੀ, ਇਹ ਨਾ ਹੋਵੇ ਕਿ ਕਿਧਰੇ ਹੁਣ ਅੱਗੇ ਫਿਲਮ ਚੱਲ ਪਵੇ। ਤੇ ਮੈਨੂੰ ਲੱਗਦਾ ਕਿ ਉਹ ਫਿਲਮ ਚੱਲੂ, ਕਿਉਂਕਿ ਜਿਹੜੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇਨਸਾਫ ਨਹੀਂ ਕਰ ਸਕਦੀ, ਉਹਦੇ ਤੋਂ ਪੰਜਾਬ ਵਾਸੀਆਂ ਨੂੰ ਆਪਣੀ ਜਾਨ ਮਾਲ ਇੱਜ਼ਤ ਦੀ ਰਾਖੀ ਦਾ ਭਰੋਸਾ ਜਿਹੜਾ ਇਹਨਾਂ ਤੇ ਕਰਨਾ, ਉਹ ਬੜੀ ਵੱਡੀ ਇੱਕ ਬੇਵਕੂਫੀ ਹੋਊ, ਇੱਕ ਖਤਰਾ ਹੋਊ, ਇੱਕ ਬੇਸਮਝੀ ਹੋਊ। ਉਹ ਨਾ ਰੱਖਣ। ਇੱਕ ਗੱਲ ਹੋਰ ਹੈ ਕਿ ਇਹ ਸਾਰੇ ਕਹਿੰਦੇ ਸੀ ਕਿ ਜਿਹੜੀਆਂ ਬੇਅਦਬੀ ਦੀਆਂ ਪੈੜਾਂ ਹੈ ਇਹ ਬਾਦਲ ਪਰਿਵਾਰ ਨਹੀਂ ਜਾਂਦੀਆਂ, ਇਲਜ਼ਾਮ ਲਾਉਂਦੇ ਸੀ। ਅਸੀਂ ਨਹੀਂ ਕਹਿੰਦੇ, ਇਹ ਕਹਿੰਦੇ ਹੁੰਦੇ ਸੀਗੇ ਕਿ ਜਿਹੜੀਆਂ ਪੈੜਾਂ ਹੈ ਉੱਧਰ ਨੂੰ ਜਾ ਰਹੀਆਂ। ਹੁਣ ਇਹ ਪੈੜਾਂ ਕਿੱਧਰ ਨੂੰ ਚਲੀਆਂ ਗਈਆਂ? ਇੱਥੋਂ ਹੁਣ ਇਹ ਪੈੜਾਂ ਜਾਂਦੀਆਂ ਤਾਂ ਉਧਰ ਨੂੰ ਰਹਿਣੀਆਂ ਨੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਕਿਆਂ ਦੇ ਕਬਜ਼ੇ 'ਚ ਹੈ ਤੇ ਬਾਦਲਕਿਆਂ ਦੇ ਕਬਜ਼ੇ 'ਚੋਂ 2,04,536 ਅੰਗ ਲਾਪਤਾ ਹੋਏ ਆ। 328 ਸਰੂਪ ਬਾਦਲਕਿਆਂ ਦੇ ਪ੍ਰਬੰਧ 'ਚੋਂ ਲਾਪਤਾ ਹੋਏ ਆ। 9,82,886 ਅੰਗ ਅਣਅਧਿਕਾਰਤ ਬਾਦਲਕਿਆਂ ਦੇ ਪ੍ਰਬੰਧ 'ਚ ਛਪੇ ਨੇ। 9,82,700 ਦੇ ਕਰੀਬਨ ਭੇਟਾ ਬਾਦਲਕਿਆਂ ਦੇ ਪ੍ਰਬੰਧ 'ਚੋਂ ਖਾਧੀ ਜਾਂਦੀ ਹੈ ਚੋਰੀ 'ਚ, ਬਲੈਕ ਸੰਗੀਨ ਜੁਰਮ। 10 ਲੱਖ ਦੇ ਕਰੀਬ ਫਰਮੇ ਜਿਹੜੇ ਨੇ ਠੇਕੇਦਾਰਾਂ ਕੋ ਜਾਂਦੇ ਨੇ, ਜਿਹੜੇ ਕਿ ਨਹੀਂ ਜਾਣੇ ਚਾਹੀਦੇ, ਬਾਦਲਕਿਆਂ ਦੇ ਪ੍ਰਬੰਧ 'ਚ ਜਾਂਦੇ ਨੇ। ਔਰ ਸੈਂਕੜੇ ਸਰੂਪ ਅੱਗ ਦੀ ਭੇਟ ਚੜ੍ਹਦੇ ਨੇ ਔਰ ਉਹਦੇ ਵਿੱਚ ਉਹ ਬਾਦਲਕੇ ਜ਼ਿੰਮੇਵਾਰ ਨੇ ਦੱਸੇ 9 ਜਾਂਦੇ ਨੇ। ਇਤਿਹਾਸ ਵਿਗੜਦਾ ਏ, ਵਿਰਾਸਤਾਂ ਢਹਿੰਦੀਆਂ ਨੇ, ਬਾਗ ਉਜੜਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ, ਬੇਅਦਬੀ ਕਾਂਡ ਹੁੰਦੇ ਨੇ, ਸਿੱਖਾਂ ਤੇ ਗੋਲੀ ਰਾਜ 'ਚ ਚੱਲਦੀ ਹੈ ਤਾਂ ਉਹ ਬਾਦਲ ਕੋੜਮੇ ਦੇ ਰਾਜ ਵਿੱਚ ਚੱਲਦੀ ਹੈ। ਕੈਪਟਨ ਨੇ ਗਲਤੀ ਕੀਤੀ ਸੀ ਕਿ ਇਨਸਾਫ ਦਿਆਂਗੇ ਪੋਥੀ ਫੜ ਕੇ ਸਹੁੰ ਖਾ ਕੇ, ਪਰ ਉਹ ਵੀ ਉਹਨਾਂ ਨਾਲ ਜਾ ਰਲਿਆ ਔਰ ਉਹਨਾਂ ਦੋਵਾਂ ਨੂੰ ਮੱਤ ਦੇਣ ਲਈ ਤੀਜਾ ਲਿਆਂਦਾ ਸੀ ਤੇ ਹੁਣ ਲੱਗਦਾ ਹੈ ਕਿ ਤੀਜਾ ਵੀ ਜਾ ਰਲਿਆ। ਤੇ ਹੁਣ ਪੰਜਾਬ ਦੇ ਲੋਕ ਜਿਹੜੇ ਨੇ ਹੁਣ ਆਪਣਾ ਇਤਿਹਾਸ ਜਿਉਂਦਾ ਰੱਖਣ ਲਈ ਔਰ ਪੁਸ਼ਤਾਂ ਵਾਸਤੇ ਕੁਝ ਚੰਗਾ ਕਰਨ ਲਈ ਹੁਣ ਚੌਥੇ ਦੀ ਤਿਆਰੀ ਹੁਣ ਤੋਂ ਆਰੰਭ ਲੈਣ, ਤਾਂ ਕਿ ਇਹਨਾਂ ਤਿੰਨਾਂ ਨੂੰ ਦੱਸਿਆ ਜਾ ਸਕੇ ਇੱਥੇ ਲੋਕਤੰਤਰ, ਜਮਹੂਰੀਅਤ, ਕਾਨੂੰਨ, ਪ੍ਰਸ਼ਾਸਨ, ਸਰਕਾਰ। ਪੰਜਾਬ ਦੇ ਲੋਕ ਅਮਨ ਪਸੰਦ ਲੋਕ ਨੇ। ਪੰਜਾਬ ਦੇ ਲੋਕ ਇਨਸਾਫ ਲੈਣ ਚ ਆਪਣਾ ਅਣਖ ਸਮਝਦੇ ਨੇ, ਮੁਆਵਜ਼ੇ ਲੈਣ 'ਚ ਉਹਨੂੰ ਠੀਕ ਨਹੀਂ ਸਮਝਦੇ। ਪੰਜਾਬ ਦੇ ਲੋਕ NGO ਨੂੰ ਪਸੰਦ ਨਹੀਂ ਕਰਦੇ, ਉਹ ਸਿਸਟਮ ਭਾਲਦੇ ਨੇ, ਜੋ ਕਿ ਸਿਸਟਮ ਸਾਨੂੰ ਮਿਲਿਆ ਨਹੀਂ। ਇਸ ਲਈ ਕਿਤੇ ਨਾ ਕਿਤੇ ਉਹ ਵੀ ਦੋਸ਼ੀ ਨੇ ਔਰ ਇਹ ਦੋਸ਼ੀ ਬਣ ਗਏ ਨੇ ਨਾਲ ਰਲ ਕੇ, ਹੁਣ ਇਹ ਵੀ ਦੋਸ਼ ਦੇ ਕਟਹਿਰੇ 'ਚ ਖੜ ਗਏ। ਅੱਛਾ, ਇੱਕ ਗੱਲ ਹੋਰ ਹੈ ਕਿ ਜਦੋਂ ਸਰਕਾਰ ਬਣੀ ਹੈ, ਗ੍ਰਿਫਤਾਰੀਆਂ ਹੋਈਆਂ, ਕੁਝ ਕਾਂਗਰਸੀ ਮੰਤਰੀਆਂ ਦੀਆਂ ਵੀ ਹੋਈਆਂ।
ਉੱਥੇ ਹੀ ਇੱਕ ਸਵਾਲ ਉੱਠ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਨੇ 10 ਸਾਲ ਰਾਜ ਕੀਤਾ ਹੈ, ਲਗਾਤਾਰ ਇਲਜ਼ਾਮ ਲਗਾਉਂਦੇ ਰਹੇ ਹੈ। ਅਰਵਿੰਦ ਕੇਜਰੀਵਾਲ ਬੋਰਡ ਵੀ ਲਗਾਏ ਸੀ ਕਿ ਵਿਕਰਮ ਮਜੀਠੀਆ ਦੇ ਇਸ ਤਰੀਕੇ ਦੇ ਨਾਲ ਚਿੱਟਾ ਬੀਜਿਆ। ਹੁਣ ਕਹਿੰਦੇ 5 ਮਹੀਨਿਆਂ ਦੇ ਵਿੱਚ ਇੱਕ ਵੀ ਗ੍ਰਿਫਤਾਰੀ ਜਾਂ ਇੱਕ ਵੀ ਜਾਂਚ ਜਾਂ ਇੱਕ ਵੀ ਕੁਝ ਉਧਰ ਕਿਉਂ ਨਹੀਂ ਤੁਰਿਆ, ਅਕਾਲੀ ਦਲ ਵੱਲ ਜਾਂ ਬਾਦਲ ਪਰਿਵਾਰ ਵੱਲ ਕਿਉਂ ਨਹੀਂ ਤੁਰਿਆ? ਕਹਿੰਦੇ ਉਹ ਤਾਂ ਉਹ ਗੱਲ ਹੋ ਗਈ, ਕਹਿੰਦੇ ਵੀ ਸਾਡੀ ਸਰਕਾਰ ਆਊਗੀ ਅਸੀਂ ਗਰੀਬੀ ਖਤਮ ਕਰਾਂਗੇ। ਕਹਿੰਦੇ ਉਹ ਕਿਵੇਂ? ਕਹਿੰਦੇ ਅਸੀਂ ਮਹਿੰਗਾਈ ਇੰਨੀ ਕੁ ਕਰ ਦੇਣੀ ਕਿ ਗਰੀਬਾਂ ਨੇ ਆਪੇ ਆਤਮ ਹੱਤਿਆ ਕਰ ਲੈਣੀ, ਆਪੇ ਮੁੱਕ ਜਾਣੀ। ਇਸੇ ਤਰ੍ਹਾਂ ਅਸੀਂ ਨਸ਼ੇੜੀ ਖਤਮ ਕਰ ਦਿਆਂਗੇ, ਉਹ ਮਰ ਜਾਣੇ ਨੇ, ਨਸ਼ਾ ਆਪੇ ਖਤਮ ਹੋ ਜੂ। ਹੁਣ ਤੀਸਰੀ ਗੱਲ ਆ ਗਈ, ਜਦੋਂ ਤਸਕਰਾਂ ਦੀ ਰਿਹਾਈ ਤੇ ਲੱਡੂ ਵੰਡੇ ਜਾਣ, ਸਰੋਪੇ ਦਿੱਤੇ ਜਾਣ, ਤੇ ਸਰਕਾਰ ਤਸਕਰਾਂ ਦਾ ਰਿਮਾਂਡ ਹੀ ਨਹੀਂ ਲੈ ਰਹੀ ਤੇ ਤਸਕਰਾਂ ਨੂੰ ਫੜ ਹੀ ਨਹੀਂ ਰਹੀ, ਤੇ ਫਿਰ ਕਹਿਣਾ ਪਵੇਗਾ ਵੀ 6 ਮਹੀਨਿਆਂ 'ਚ ਦੱਸੋ ਕਿਹੜੇ ਤਸਕਰ ਦੀ ਉਹ ਗ੍ਰਿਫਤਾਰੀ ਹੋਈ। ਇਹਦਾ ਮਤਲਬ ਹੁਣ ਨਸ਼ਾ ਵੇਚਣ ਵਾਲੇ ਹੈ ਨਹੀਂ, ਹੈ ਉਵੇਂ ਹੀ, ਪਰ ਆਪਾਂ ਫੜਨੇ ਹੀ ਨਹੀਂ, ਕਿਉਂਕਿ ਆਪਾਂ ਦੱਸ ਸਕੀਏ ਕਿ ਸਾਡੀ ਸਰਕਾਰ ਵੇਲੇ ਵੇਖ ਲਓ ਨਸ਼ੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ, ਕਿਉਂਕਿ ਆਪਾਂ ਕਰਨੀ ਨਹੀਂ। ਇਸ ਲਈ ਇਹਨਾਂ ਲੋਕਾਂ ਨੇ ਉਹ ਕੰਮ ਸ਼ੁਰੂ ਕਰ ਲਿਆ ਆ ਕਿ ਆਪਾਂ ਤੇ ਹੁਣ ਤੁਹਾਡੀਆਂ ਜੜ੍ਹਾਂ ਹੀ ਪੁੱਟ ਦੇਣੀਆਂ, ਖਤਮ ਕਰ ਦੇਣਾ। ਜਦੋਂ ਜੰਮਣ ਵਾਲੀ ਨਹੀਂ ਰਹਿਣ ਦਿੱਤੀ ਤੇ ਅੱਗੇ ਕੀ ਰਹਿ ਜਾਊਗਾ? ਹੁਣ ਇਹਨਾਂ ਦਾ ਜਿਹੜਾ ਵਾ ਉਹ ਪਾਠ ਇਹ ਲੋਕਾਂ ਦੀ ਸਮਝ ਵਿੱਚ ਘੱਟ ਹੈ, ਪਰ ਜਿੱਦਣ ਆ ਗਿਆ ਫਿਰ ਆਪਣ ਹੱਥੀਂ ਆਪਣੀ ਜੜ ਆਪ ਉਪਟੇ ਤੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ, ਉਹ ਤਾਂ ਫਿਰ ਵਾਪਸ ਆਉਣਾ। ਆਖਰੀ ਸਵਾਲ ਲਊਂਗਾ, ਬਦਲਾ ਨੂੰ ਵੋਟ ਪਈ ਸੀ, ਬਦਲਾ ਲੱਗ ਰਿਹਾ ਤੁਹਾਨੂੰ ਕੋਈ ਆਇਆ ਹੋ? ਬਦਲਾ ਨਹੀਂ ਲੱਗ ਰਿਹਾ, ਬਦਲਾ ਲੱਗ ਰਿਹਾ ਕਿ ਜਿਵੇਂ ਸੱਪ ਨੂੰ ਦੁੱਧ ਪਿਆਇਆ ਤੇ ਸੱਪ ਨੇ ਦੁੱਧ ਪਿਆਉਣ ਵਾਲੇ ਨੂੰ ਡੰਗ ਮਾਰ ਕੇ ਬਦਲਾ ਲਿਆ। ਸੱਪੇ ਦੁੱਧ ਪਿਆਲੀਏ ਵਿਹੋ ਮੁੱਖੋਂ ਸੱਟੈ, ਭਾਈ ਗੁਰਦਾਸ ਜੀ। ਉਦੋਂ ਕਹਿੰਦੇ ਨੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ। ਕੁੱਤੇ ਵਰਗਾ ਸੁਭਾਅ ਜਦੋਂ ਰਾਜ ਤੇ ਬਹਿੰਦਾ ਤੇ ਉਹ ਬਦਲਾ ਨਹੀਂ ਲਿਆਉਂਦਾ, ਉਹ ਲੱਤਾਂ ਵੱਢ ਕੇ ਪਰਜਾ ਦੀਆਂ ਬਦਲਾ ਲੈਂਦਾ। ਤੇ ਹੁਣ ਛੱਲੀਆਂ ਵਾਂਗੂ ਅਧਿਆਪਕ ਵੀ ਕੁੱਟੇ ਜਾ ਰਹੇ, ਧਰਨਿਆਂ ਤੇ ਵੀ ਬੈਠੇ ਨੇ, ਸੁਣਵਾਈ ਕਿਸੇ ਦੀ ਨਹੀਂ ਹੋ ਰਹੀ। ਜੋ ਪਹਿਲਾਂ ਹੋ ਰਿਹਾ ਸੀ ਉਹਨਾਂ ਨਾਲੋਂ ਵੀ ਜੱਗੋਂ 13ਵੀਂ ਹੋਰੀ ਸ਼ੁਰੂ ਹੋ ਗਈ, ਸੁਣਵਾਈ ਕੋਈ ਨਹੀਂ। ਤੇ ਕਦੇ ਮੁੰਡਿਆਂ ਨੂੰ ਅੱਤਵਾਦੀ ਕਹਿ ਕੇ ਮਾਰਿਆ ਜਾ ਰਿਹਾ ਸੀ, ਹੁਣ ਗੈਂਗਸਟਰ ਕਹਿ ਕੇ ਮਾਰਨਗੇ। ਗੱਲ ਤਾਂ ਉੱਥੇ ਖੜੀ ਆ ਨਾ, ਹੱਲ ਕੋਈ ਨਹੀਂ। ਉਦੋਂ ਬਾਅਦ ਪੱਥਰ ਪਾਣੀ ਰੱਖੀਏ ਮਨ ਹੱਠ ਨਾ ਘਟੈ। ਪੱਥਰ ਤੇ ਪਾਣੀ ਪਾਉਣ ਵਾਲਾ ਜਿਹੜਾ ਉਹ ਧੋਖੇ 'ਚ, ਪੱਥਰ ਨੂੰ ਤਾਂ ਕੋਈ ਫਰਕ ਨਹੀਂ ਪੈਣਾ। ਖੋਤੇ ਨੂੰ ਚੰਦਨ ਨਾਲ ਜਿੰਨਾ ਮਰਜ਼ੀ ਨਵਾਈ ਜਾਓ, ਲਾ ਦਿਓ ਚੰਦਨ, ਅਖੀਰੀ ਉਹਨੇ ਤੁਹਾਡੇ ਚੰਦਨ ਨੂੰ ਮਿੱਟੀ 'ਚ ਮਿਲਾ ਕੇ ਰੱਖਣਾ, ਕਿਉਂਕਿ ਉਹਨੇ ਮਿੱਟੀ 'ਚ ਲੇਟਣਾ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ, ਤਿਉ ਨਿੰਦਕ ਪਰ ਨਿੰਦ ਹੂੰ ਮਨ ਹੱਠ ਨਾ ਘਟੈ। ਨਿੰਦਕ ਬੰਦੇ ਮੂੰਹ ਤੇ ਖੁਸ਼ਾਮਦ ਕਰਦੇ ਨੇ, ਪਿੱਠ ਪਿੱਛੇ ਜੜ੍ਹਾਂ ਵੱਢਦੇ ਨੇ। ਇਹਨਾਂ ਦਾ ਵੀ ਉਹੀ ਕੰਮ ਹੈ, ਮੂੰਹ ਤੋਂ ਮਿੱਠੀਆਂ ਮਿੱਠੀਆਂ ਸਟੇਟਮੈਂਟਾਂ ਨੇ, ਅੰਦਰ ਖਾਤੇ ਤੇ ਤੁਹਾਡੇ ਵਿਰੋਧ 'ਚ ਜ਼ਹਿਰ ਉਗਲਿਆ ਜਾ ਰਿਹਾ ਹੈ ਵੀ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਤੌਰ ਤੇ ਹਰ ਪੱਖ ਤੋਂ ਸਾਨੂੰ ਕੁਚਲਿਆ ਜਾ ਰਿਹਾ ਹੈ ਔਰ ਉੱਥੇ ਭਾਵਨਾਵਾਂ ਕਤਲ ਹੋ ਰਹੀਆਂ ਨੇ। ਇਹੀ ਕਾਰਨ ਇਹ ਮੈਂ ਕਹਾਂਗਾ ਕਿ ਪੰਜਾਬ ਦੇ ਲੋਕਾਂ ਨੇ ਬਦਲਾ ਲਈ ਇਹ ਸਰਕਾਰ ਚੁਣੀ, ਪਰ ਇਸ ਸਰਕਾਰ ਨੇ ਬਦਲਾ ਨੂੰ ਹੁਣ ਬਦਲੇ 'ਚ ਬਦਲ ਦਿੱਤਾ ਵੀ ਹੁਣ ਅਸੀਂ ਬਦਲਾ ਨਹੀਂ ਬਦਲੇ ਲਵਾਂਗੇ, ਗਿਣ ਗਿਣ ਕੇ ਕਿ ਅਸੀਂ ਤੁਹਾਡੇ ਮਗਰ ਵੋਟਾਂ ਲਈ ਫਿਰਦੇ ਸੀ। ਇਹੀ ਭਗਵੰਤ ਮਾਨ ਕਹਿੰਦਾ ਸੀ, ਸਰਕਾਰ ਦੇ ਸਾਹਮਣੇ ਤੁਸੀਂ ਆ ਕੇ ਕਿਉਂ ਆਓ? ਵੋਟਾਂ ਮੰਗਣ ਲਈ ਲੀਡਰ ਤੁਹਾਡੇ ਘਰ ਆ ਸਕਦੇ ਨੇ, ਇਹੀ ਲੀਡਰ ਤੁਹਾਡੇ ਘਰ ਸਰਕਾਰ ਬਣ ਕੇ ਆਉਣਗੇ। ਅੱਜ ਤੁਹਾਡੇ ਸਾਹਮਣੇ ਹੈ ਵੀ ਭਗਵੰਤ ਮਾਨ ਕਹਿੰਦਾ ਸੀ, ਸ਼ੁੱਕਰ ਸ਼ਨੀਚਰ ਐਤਵਾਰ ਪੰਜਾਬ ਦੇ ਮੰਤਰੀ ਮੈਨੂੰ ਪਿੰਡਾਂ 'ਚ ਦਿਸਣੇ ਚਾਹੀਦੇ, ਤੇ ਅਸੀਂ ਤਾਂ 6 ਦਿਨ ਭਗਵੰਤ ਮਾਨ ਦੇ ਘਰ ਬਹਿ ਕੇ ਆ ਗਏ। ਸਾਨੂੰ ਡਾਂਗਾਂ ਦੀਆਂ ਧਮਕੀਆਂ ਤੇ ਖਿੱਚ ਧੂ ਤੋਂ ਸਿਵਾਏ ਧੱਕਿਆਂ ਤੋਂ ਮਿਲਿਆ ਕੀ? ਇਹ ਸਪਸ਼ਟ ਹੈ। ਇਸ ਲਈ ਇਹ ਭਗਵੰਤ ਮਾਨ ਦੀ, ਕੇਜਰੀਵਾਲ ਦੀ ਸਰਕਾਰ ਜਿਹੜੀ ਪੰਜਾਬ 'ਚ ਬਣੀ ਹੈ, ਇਹ ਬਦਲਾ ਲਈ ਨਹੀਂ, ਇਹ ਬਦਲੇ ਲੈਣ ਲਈ ਬਣ ਗਈ ਵੀ ਜਿਹੜੇ ਉਹਨਾਂ ਕੋਲ ਰਹਿ ਗਏ ਸੀ ਹੁਣ ਇਹ ਉਹ ਲੈਣਗੇ। ਇਹਨੂੰ ਬਦਲਾ ਕਹਿੰਦੇ ਨੇ। ਤੇ ਅਸੀਂ ਹਿਮਾਚਲ ਵਾਲਿਆਂ ਨੂੰ, ਗੁਜਰਾਤ ਵਾਲਿਆਂ ਨੂੰ, ਹਰਿਆਣੇ ਵਾਲਿਆਂ ਨੂੰ, ਰਾਜਸਥਾਨ ਵਾਲਿਆਂ ਨੂੰ, ਜਿੱਥੇ ਜਿੱਥੇ ਵੀ ਆਮ ਪਾਰਟੀ ਵਾਲੇ ਜਾ ਕੇ ਤੁਹਾਨੂੰ ਕਹਿੰਦੇ ਨੇ ਅਸੀਂ ਬਦਲਾ ਲਿਆਵਾਂਗੇ, ਆ ਸਾਡਾ ਬਦਲਾ ਵੇਖ ਲਿਓ, ਇਹੋ ਜਿਹਾ ਤੁਹਾਡਾ ਹੋਊ।
ਇਸ ਲਈ ਵੋਟਾਂ ਪਾਉਣ ਤੋਂ ਪਹਿਲਾਂ ਸੋਚ ਲਿਓ, ਐਵੇਂ ਕਾਹਲੀ ਦੇ ਵਿੱਚ ਫੈਸਲਾ ਨਾ ਲੈ ਲਿਓ। ਬਹੁਤ ਬਹੁਤ ਧੰਨਵਾਦ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਕੀਤੀ ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਨਾਲ। ਉਹਨਾਂ ਨੇ ਦੱਸਿਆ ਕਿ ਜਿਹੜੀ ਉਸ ਰਾਤ ਘਟਨਾ ਵਾਪਰਦੀ ਹੈ, ਕਿਵੇਂ ਪੁਲਿਸ ਆਪਣੇ ਜ਼ੋਰ ਦੇ ਸਿਰ ਤੇ ਉਹਨਾਂ ਨੂੰ 2-3 ਜ਼ਿਲ੍ਹੇ ਟਪਾ ਕੇ ਲੈ ਆਉਂਦੀ ਹੈ। ਇੱਕ ਬਾਣੀ ਪੜ੍ਹਦਿਆਂ ਨੂੰ ਜਿਹੜੀ ਕਿ ਨਾ ਕੋਈ ਧਰਨਾ ਪ੍ਰਦਰਸ਼ਨ ਇਸ ਤਰੀਕੇ ਦਾ ਸੀ ਕਿ ਸਰਕਾਰ ਦੀ ਮੁਰਦਾਬਾਦ, ਨਾ ਕੋਈ ਦੇਸ਼ ਧਰੋਹ ਦੀ ਗੱਲ, ਪਰ ਫਿਰ ਵੀ ਇਸ ਤਰੀਕੇ ਦਾ ਵਤੀਰਾ ਉਹਨਾਂ ਨੇ ਕਿਹਾ ਇਹ ਜਮਹੂਰੀਅਤ ਦੀ ਜਿਹੜੀ ਆ ਉਲੰਘਣਾ ਹੈ, ਜਮਹੂਰੀਅਤ ਦਾ ਘਾਣ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਜਿਹੜੇ ਬੜੇ ਚਾਅ ਨਾਲ ਬਦਲਾਅ ਕੀਤਾ ਸੀ, ਉਹ ਬਦਲਾਅ ਨਹੀਂ, ਉਹ ਬਦਲੇ ਲੈਣ ਵਾਲੀ ਗੱਲ ਹੋ ਗਈ ਹੈ ਤੇ ਜਿਹੜਾ ਹੁਣ ਲੋਕਾਂ ਨੂੰ ਭੁਗਤਣਾ ਵੀ ਪੈ ਰਿਹਾ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।